Good afternoon, students. So, today we are going to start the chapter with right shares and bonus shares. So, right shares and bonus shares, I am sure you are not familiar with the topic, but let us me explain. ਸਭ ਤੋਂ ਪਹਿਲਾਂ ਰਾਈਟ ਸ਼ੇਅਰਸ ਹੁੰਦੇ ਕੀ ਹੈ? ਰਾਈਟ ਸ਼ੇਅਰਸ ਕੀ ਹੁੰਦੇ ਨੇ? ਇਹ ਉਹ ਵਾਲੇ ਸ਼ੇਅਰਸ ਹੁੰਦੇ ਹੈ ਵਿਚ ਆਰ ਇਸ਼ੂਡ ਟੂ ਦ ਐਗਜ਼ਿਸਟਿੰਗ ਸ਼ੇਅਰ ਹੋਲਡਰਸ। ਇਹਦਾ ਮਤਲਬ ਕੰਪਨੀ 'ਚ ਜਿਹੜੇ ਆਲਰੇਡੀ ਸ਼ੇਅਰ ਹੋਲਡਰਸ ਹੈਗੇ ਹੈ, ਇਹ ਸ਼ੇਅਰਸ ਉਹਨਾਂ ਨੂੰ ਇਸ਼ੂ ਕੀਤੇ ਜਾਂਦੇ ਹੈ। ਠੀਕ ਹੈ, ਫੋਰ ਐਗਜ਼ਾਮਪਲ ਕੰਪਨੀ ਕੋਲ ਆਲਰੇਡੀ 1 ਲੱਖ ਦੀ ਕੈਪੀਟਲ ਸੀਗੀ। ਓਕੇ, ਇਹ ਇਹਨਾਂ ਨੇ ਆਲਰੇਡੀ ਸ਼ੇਅਰਸ ਨੂੰ ਦਿੱਤੀ ਹੋਈ ਹੈ ਸ਼ੇਅਰ ਹੋਲਡਰਸ ਨੂੰ। ਤਾਂ ਹੁਣ ਜਦੋਂ ਵੀ ਕੰਪਨੀ ਨੇ ਸੇਮ ਕੈਟੇਗਰੀ ਆਫ ਸ਼ੇਅਰਸ ਇਸ਼ੂ ਕਰਨੇ ਆ, ਮਤਲਬ ਜਿਸ ਤਰ੍ਹਾਂ ਦੇ ਸ਼ੇਅਰਸ ਇਹ ਸੀਗੇ ਇਕੁਇਟੀ ਸ਼ੇਅਰਸ, ਉਸੇ ਤਰ੍ਹਾਂ ਦੇ ਇਕੁਇਟੀ ਸ਼ੇਅਰਸ ਕੰਪਨੀ ਨੇ ਹੋਰ ਇਸ਼ੂ ਕਰਨੇ ਹੈ, ਤਾਂ ਪਬਲਿਕ ਨੂੰ ਦੇਣ ਤੋਂ ਪਹਿਲਾਂ ਕੰਪਨੀ ਨੂੰ ਰਾਈਟ ਹੈ, ਸ਼ੇਅਰ ਹੋਲਡਰਸ ਨੂੰ ਰਾਈਟ ਹੈ ਕਿ ਉਹ ਇਹ ਸ਼ੇਅਰਸ ਆਪਣੇ ਪੁਰਾਣੇ ਸ਼ੇਅਰ ਹੋਲਡਰਸ ਨੂੰ ਹੀ ਇਸ਼ੂ ਕਰੇ। ਤਾਂ ਉਸ ਇਸ਼ੂ ਨੂੰ ਆਪਾਂ ਕਹਾਂਗੇ ਰਾਈਟ ਇਸ਼ੂ। ਰਾਈਟ, ਸੋ ਜਿਹੜੇ ਸ਼ੇਅਰਸ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਹੀ ਇਸ਼ੂ ਕੀਤੇ ਜਾਂਦੇ ਆ, ਉਹਨਾਂ ਨੂੰ ਆਪਾਂ ਕਹਾਂਗੇ ਰਾਈਟ ਸ਼ੇਅਰਸ। ਇਹ ਜਨਰਲੀ ਕੀ ਹੁੰਦੇ ਨੇ? ਸ਼ੇਅਰ ਜਿਹੜੇ ਹੁੰਦੇ ਨੇ ਇਹ ਲੈਸ ਦੈਨ ਮਾਰਕੀਟ ਵੈਲਿਊ ਹੁੰਦੇ ਆ। ਮਤਲਬ ਅਗਰ ਮਾਰਕੀਟ 'ਚ ਆਪਣੀ ਕੰਪਨੀ ਦਾ ਪ੍ਰਾਈਸ ਚੱਲ ਰਿਹਾ 50 ਰੁਪੀਜ਼, ਤਾਂ ਜਿਹੜੇ ਰਾਈਟ ਇਸ਼ੂ ਸ਼ੇਅਰਸ ਇਸ਼ੂ ਕੀਤੇ ਜਾਣਗੇ ਇਹ ਲੈਸ ਦੈਨ 50 ਕੀਤੇ ਜਾਣਗੇ। ਮਤਲਬ 50 ਤੋਂ ਘੱਟ ਪ੍ਰਾਈਸ ਹੋਊਗਾ ਇਹਨਾਂ ਸ਼ੇਅਰਸ ਦਾ। ਠੀਕ ਹੈ, ਇਟ ਕੈਨ ਬੀ 30, ਇਟ ਕੈਨ ਬੀ 20, ਇਟ ਕੈਨ ਬੀ 10, ਵਾਟ ਐਵਰ। ਸੋ ਹੁਣ ਇਹ ਜਿਹੜਾ ਰਾਈਟ ਇਸ਼ੂ ਹੈ ਇਟ ਕਮਸ ਅੰਡਰ ਸੈਕਸ਼ਨ 62 ਆਫ ਕੰਪਨੀਜ਼ ਐਕਟ 2013। ਇਹਦੇ ਕੁਝ ਕੰਡੀਸ਼ਨਸ ਹੁੰਦੀਆਂ ਨੇ। ਕੀ ਕੰਡੀਸ਼ਨਸ ਹੁੰਦੀਆਂ ਰਾਈਟ ਇਸ਼ੂ ਦੀਆਂ? ਸਭ ਤੋਂ ਪਹਿਲਾਂ ਤਾਂ ਇਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਜਿਹੜੇ ਇਹ ਵਾਲੇ ਸ਼ੇਅਰਸ ਹੈ ਇਹ ਇਕੁਇਟੀ ਸ਼ੇਅਰ ਹੋਲਡਰਸ ਨੂੰ ਇਸ਼ੂ ਕੀਤੇ ਜਾਣਗੇ ਜੋ ਆਲਰੇਡੀ ਕੰਪਨੀ ਦੇ ਹੈਗੇ ਹੈ। ਓਕੇ, ਇਹ ਉਹ ਰੇਸ਼ੋ 'ਚ ਦਿੱਤੇ ਜਾਣਗੇ ਜਿਹੜੀ ਰੇਸ਼ੋ 'ਚ ਆਲਰੇਡੀ ਆਪਣੇ ਇਕੁਇਟੀ ਸ਼ੇਅਰ ਹੋਲਡਰਸ ਕੋਲ ਕੰਪਨੀ ਨੇ ਸ਼ੇਅਰਸ ਹੋਲਡ ਕੀਤੇ ਹੋਏ। ਮਤਲਬ ਜਿੰਨੀ ਰੇਸ਼ੋ 'ਚ ਉਹਨਾਂ ਕੋਲ ਸ਼ੇਅਰਸ ਹੈਗੇ ਆ, ਉਸੇ ਰੇਸ਼ੋ ਦੇ ਵਿੱਚ ਜਿਹੜੇ ਨਵੇਂ ਸ਼ੇਅਰਸ ਇਸ਼ੂ ਕੀਤੇ ਜਾਣਗੇ। ਇਹਨੂੰ ਸਮਝਾਉਣ ਲਈ ਮੈਨੂੰ ਛੋਟੀ ਜਿਹੀ ਐਗਜ਼ਾਮਪਲ ਬਾਅਦ 'ਚ ਦਊਂਗੀ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕੀ ਕੁਝ ਕੰਡੀਸ਼ਨਸ ਹੁੰਦੀਆਂ ਨੇ। ਇਕੁਇਟੀ ਸ਼ੇਅਰ ਹੋਲਡਰਸ ਨੂੰ ਇਸ਼ੂ ਕੀਤੇ ਜਾਣਗੇ। ਇਹ ਜਿਹੜਾ ਆਫਰ ਦਿੱਤਾ ਜਾਊਗਾ ਥਰੂ ਨੋਟਿਸ, ਔਰ ਇਹ ਜਿਹੜਾ ਨੋਟਿਸ ਹੈ 15 to 30 ਡੇਜ਼ ਦੇ ਵਿੱਚ ਸ਼ੇਅਰ ਹੋਲਡਰਸ ਨੇ ਈਦਰ ਐਕਸੈਪਟ ਕਰ ਲੈਣਾ। ਜੇ ਉਹਨਾਂ ਨੇ 30 ਡੇਜ਼ ਦੇ ਵਿੱਚ ਆਫਰ ਐਕਸੈਪਟ ਨਹੀਂ ਕੀਤਾ ਤਾਂ ਨਹੀਂ ਮੰਨਿਆ ਜਾਊਗਾ ਕਿ ਉਹਨਾਂ ਨੂੰ ਇਹ ਆਫਰ ਡਿਕਲਾਈਨ ਕਰਤਾ। ਠੀਕ ਹੈ, ਇਹ ਕੰਪਲਸ਼ਨ ਨਹੀਂ ਹੁੰਦੀ ਕਿ ਰਾਈਟ ਸ਼ੇਅਰਸ ਲੈਣੇ ਹੀ ਲੈਣੇ ਹੈ। ਇਹ ਸ਼ੇਅਰ ਹੋਲਡਰਸ ਦੀ ਮਰਜ਼ੀ ਹੁੰਦੀ ਹੈ ਕਿ ਉਹ ਸ਼ੇਅਰਸ ਖਰੀਦਣਾ ਚਾਹੁੰਦੇ ਕਿ ਨਹੀਂ ਖਰੀਦਣਾ ਚਾਹੁੰਦੇ। ਕੋਈ ਕੰਪਲਸ਼ਨ ਨਹੀਂ ਹੈ ਸ਼ੇਅਰਸ ਖਰੀਦਣ ਦੀ। ਇੱਕ ਆਫਰ ਕੀਤਾ ਜਾਂਦਾ ਹੈ, ਦੇ ਕੈਨ ਈਦਰ ਐਕਸੈਪਟ ਦਾ ਆਫਰ ਔਰ ਦੇ ਕੈਨ ਰਿਜੈਕਟ ਦਾ ਆਫਰ। ਜੇ ਉਹਨਾਂ ਨੇ ਸ਼ੇਅਰਸ ਖਰੀਦਣੇ ਤਾਂ 30 ਨੋਟਿਸ ਜਦੋਂ ਜਾਰੀ ਹੋਇਆ ਉਹਦੇ 30 ਡੇਜ਼ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਐਕਸੈਪਟੈਂਸ ਦੇਣੀ ਪੈਣੀ ਹੈ। ਠੀਕ ਹੈ, ਸੈਕਿੰਡ ਕੰਡੀਸ਼ਨ ਇਹਦੀ ਇਹ ਹੈ, ਅਗਰ ਮੰਨ ਲਓ ਸ਼ੇਅਰ ਹੋਲਡਰ ਨੇ ਖੁਦ ਇਹ ਸ਼ੇਅਰਸ ਨਹੀਂ ਲੈਣੇ ਤਾਂ ਉਹ ਇਹ ਸ਼ੇਅਰਸ ਅੱਗੇ ਟ੍ਰਾਂਸਫਰ ਵੀ ਕਰ ਸਕਦਾ ਹੈ। ਇਫ ਆਰਟੀਕਲਸ ਆਫ ਐਸੋਸੀਏਸ਼ਨ ਦੇ ਵਿੱਚ ਕੰਡੀਸ਼ਨ ਹੈਗੀ ਹੈ, ਟ੍ਰਾਂਸਫਰ ਆਪਣੀ ਕਿਸੇ ਵੀ ਫਰੈਂਡ ਨੂੰ, ਰਿਲੇਟਿਵ ਨੂੰ ਅੱਗੇ ਸ਼ੇਅਰ ਟ੍ਰਾਂਸਫਰ ਕਰ ਸਕਦਾ। ਇਫ ਹੀ ਡਜ਼ਨਟ ਵਾਂਟ ਟੂ ਕੀਪ ਦ ਸ਼ੇਅਰਸ, ਇਹ ਸ਼ੇਅਰਸ ਆਪਾਂ ਅੱਗੇ ਕਿਸੇ ਹੋਰ ਪਰਸਨ ਦੇ ਫੇਵਰ 'ਚ ਉਹ ਇਸ਼ੂ ਕਰ ਸਕਦਾ। ਰਾਈਟ, ਹੁਣ ਜਦੋਂ ਆਫਰ ਦਿੱਤਾ ਗਿਆ ਸੀ ਐਕਸੈਪਟ ਕਰਨ ਦਾ, ਅਗਰ ਉਸਨੇ ਇਹ ਆਫਰ ਰਿਜੈਕਟ ਕਰਤਾ ਜਾਂ ਡਿਕਲਾਈਨ ਕਰਤਾ ਜਾਂ ਉਹਨੇ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਵਿਦਿਨ ਦ ਟਾਈਮ ਪੀਰੀਅਡ, ਦੈਨ ਕੰਪਨੀ ਕੋਲ ਰਾਈਟ ਹੈ ਕਿ ਉਹ ਇਹ ਸ਼ੇਅਰਸ ਨੂੰ ਅੱਗੇ ਕਿਸੇ ਹੋਰ ਪਰਸਨ ਨੂੰ ਟ੍ਰਾਂਸਫਰ ਕਰ ਸਕਦੀ ਹੈ। ਠੀਕ ਹੈ, ਸੋ ਦੀਜ਼ ਆਰ ਦ 3 ਕੰਡੀਸ਼ਨਸ। ਅਗਰ ਆਪਾਂ ਇਕੁਇਟੀ ਸ਼ੇਅਰ ਹੋਲਡਰਸ ਨੂੰ ਆਫਰ ਕਰ ਰਹੇ ਹਾਂ ਤਾਂ ਨੋਟਿਸ ਜਾਰੀ ਹੋਣ ਦੇ 15 to 30 ਡੇਜ਼ ਦੇ ਵਿੱਚ ਉਵੇਂ ਆਫਰ ਐਕਸੈਪਟ ਕਰਨਾ ਪੈਣਾ। ਅਗਰ ਨਹੀਂ ਐਕਸੈਪਟ ਕਰਨਾ ਚਾਹੁੰਦਾ ਹੀ ਕੈਨ ਡਿਕਲਾਈਨ ਦਾ ਆਪਸ਼ਨ, ਔਰ ਉਹ ਆਪਣੇ ਸ਼ੇਅਰਸ ਨੂੰ ਕਿਸੇ ਹੋਰ ਪਰਸਨ ਨੂੰ ਵੀ ਆਫਰ ਕਰ ਸਕਦੇ ਕਿ ਮੈਂ ਤਾਂ ਇਹ ਸ਼ੇਅਰ ਲੈਣੇ ਨਹੀਂ, ਮੇਰੇ ਫਰੈਂਡ ਨੂੰ ਪੁੱਛ ਲਓ। ਰਾਈਟ, ਤਾਂ ਕੰਪਨੀ ਨੂੰ ਉਹਦੇ ਆਫਰ ਉਹ ਫਰੈਂਡ ਨੂੰ ਪੁੱਛਣਾ ਪੈਣਾ। ਠੀਕ ਹੈ, ਦੈਨ ਇਫ ਪਰਸਨ ਹੈਜ਼ ਡਿਕਲਾਈਨਡ ਕਿ ਮੈਨੇ ਲੈਣੇ ਨਹੀਂ, ਤਾਂ ਕੰਪਨੀ ਉਹ ਸ਼ੇਅਰਸ ਨੂੰ ਕਿਸੇ ਵੀ ਤਰ੍ਹਾਂ ਡੀਲ ਕਰ ਸਕਦੀ ਹੈ। ਸੈਕਿੰਡ ਆ ਗਿਆ, ਕੰਪਨੀ ਇਹ ਸ਼ੇਅਰਸ ਨੂੰ ਇੰਪਲੋਈਜ਼ ਨੂੰ ਵੀ ਆਫਰ ਕਰ ਸਕਦੀ ਹੈ ਅੰਡਰ ਇੰਪਲੋਈ ਸਟਾਕ ਆਪਸ਼ਨ ਸਕੀਮ। ਠੀਕ ਹੈ, ਥਰਡ ਕੰਪਨੀ ਇਹ ਸ਼ੇਅਰਸ ਕਿਸੇ ਵੀ ਪਰਸਨ ਨੂੰ ਆਫਰ ਕਰ ਸਕਦੀ ਹੈ ਥਰੂ ਸਪੈਸ਼ਲ
ਰੈਜ਼ੋਲੂਸ਼ਨ ਪਾਸ ਕਰਕੇ। ਓਕੇ, ਇਹ ਜਿਹੜੇ ਸ਼ੇਅਰਸ ਹੋ ਸਕਦੇ, ਇਹ ਜਿਹੜਾ ਸਪੈਸ਼ਲ ਰੈਜ਼ੋਲੂਸ਼ਨ ਹੋ ਸਕਦਾ, ਇਹ ਸ਼ੇਅਰਸ ਨੂੰ ਜਾਂ ਤਾਂ ਕੈਸ਼ ਦੇ ਅੰਡਰ ਕਰ ਦੇਵੇ ਜਾਂ ਅਦਰ ਕੰਸੀਡਰੇਸ਼ਨ ਦੈਨ ਕੈਸ਼। ਤਾਂ ਕੰਪਨੀ ਕੋਲ ਇਹ ਰਾਈਟ ਹੈ ਕਿ ਪਰਸਨ ਨੂੰ ਜਾਂ ਤਾਂ ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਕੇ ਈਦਰ ਫॉर ਕੈਸ਼ ਇਸ਼ੂ ਕਰ ਦੇ ਜਾਂ ਫਿਰ ਅਦਰ ਦੈਨ ਕੈਸ਼, ਕੋਈ ਵੀ ਕੰਸੀਡਰੇਸ਼ਨ ਨਾਲ। ਆਈ ਹੋਪ ਇਟ ਇਜ਼ ਕਲੀਅਰ ਟੂ ਐਵਰੀਬਡੀ। ਕੰਪਨੀ ਨੇ ਜਦੋਂ ਵੀ ਇਹ ਸ਼ੇਅਰਸ ਇਸ਼ੂ ਕਰਨੇ ਹੈ ਤਾਂ ਕੰਪਨੀਜ਼ ਦਾ ਮਤਲਬ ਇਹ ਨਹੀਂ ਕਿ ਆਪਣੇ ਡਿਬੈਂਚਰਸ ਵਾਲੀ ਕੈਟੇਗਰੀ ਨੂੰ ਵੀ ਸ਼ੇਅਰਸ 'ਚ ਕਨਵਰਟ ਕਰ ਸਕਦੀ ਹੈ। ਅਗਰ ਕੰਪਨੀ ਆਪਣੇ ਡਿਬੈਂਚਰਸ ਵਾਲੀ ਕੈਟੇਗਰੀ ਨੂੰ ਸ਼ੇਅਰਸ 'ਚ ਕਨਵਰਟ ਕਰ ਰਹੀ ਹੈ then company has to provide either they have to be approved by central government ਜਾਂ ਫਿਰ ਕੰਪਨੀ ਦੁਆਰਾ ਸਪੈਸ਼ਲ ਰੈਜ਼ੋਲੂਸ਼ਨ ਪਾਸ ਹੋਇਆ ਹੋਣਾ ਚਾਹੀਦਾ ਹੈ, ਜਾਂ ਫਿਰ ਕੰਪਨੀ ਆਪਣੇ ਡਿਬੈਂਚਰਸ ਵਾਲੀ ਸਕੀਮ ਨੂੰ ਤਾਂ ਹੀ ਕਨਵਰਟ ਕਰ ਸਕਦੀ ਹੈ ਰਾਈਟ ਸ਼ੇਅਰਸ ਦੇ ਵਿੱਚ ਜੇ ਉਹਨੂੰ ਲੱਗੇ ਕਿ ਇਹ ਚੀਜ਼ ਜਿਹੜੀ ਮੈਂ ਕਰ ਰਹੀ ਹਾਂ ਇਹ ਪਬਲਿਕ ਦੇ ਇੰਟਰਸਟ ਦੇ ਵਿੱਚ ਹੈ। ਓਨਲੀ ਇਫ ਥੀਸ ਕੰਡੀਸ਼ਨਸ ਆਰ ਸੈਟਿਸਫਾਈਡ ਦੈਨ ਆਪਣੀ ਕੰਪਨੀ ਜਿਹੜੇ ਡਿਬੈਂਚਰ 'ਚ ਕਨਵਰਟ ਹੋ ਸਕਦੇ, ਜਿਹੜੇ ਡਿਬੈਂਚਰਸ ਸ਼ੇਅਰਸ ਕਨਵਰਟ ਹੋ ਸਕਦੇ ਤਾਂ ਉਹਨਾਂ ਕਨਵਰਜਨ ਨੂੰ ਕੰਪਨੀ ਰਾਈਟ ਇਸ਼ੂ ਲਈ ਯੂਜ਼ ਕਰ ਸਕਦੀ ਹੈ। ਨੈਕਸਟ ਕਮਸ ਵਾਟ ਆਰ ਦ ਐਡਵਾਂਟੇਜਸ ਆਫ ਰਾਈਟ ਇਸ਼ੂ। ਐਡਵਾਂਟੇਜਸ ਆਫ ਰਾਈਟ ਇਸ਼ੂ, ਵਾਟ ਆਰ ਦ ਐਡਵਾਂਟੇਜਸ। ਪਹਿਲੀ ਐਡਵਾਂਟੇਜ ਦੀ ਗੱਲ ਕਰੀਏ, ਕੰਪਨੀ ਦਾ ਜਿਹੜਾ ਕੰਟਰੋਲ ਹੈ। ਹੁਣ ਸਪੋਜ਼ ਕਰੋ ਮੇਰੇ ਕੋਲ ਇੱਕ ਐਪਲ ਹੈ, ਉਹ ਅਗਰ ਐਪਲ ਮੈਂ ਐਗਜ਼ਿਸਟਿੰਗ ਮੈਂਬਰਸ 'ਚ ਵੰਡ ਦੂੰਗੀ, ਆਪਾਂ 4 ਜਣੇ, ਆਪਾਂ 4 ਮੈਂਬਰਸ 'ਚ ਮੈਂ ਇੱਕ ਐਪਲ ਹੈ 2 ਫਾੜੀਆਂ ਵੰਡਤੀਆਂ, ਇਟ ਇਜ਼ ਓਕੇ। ਪਰ ਅਗਰ ਉਹੀ ਐਪਲ ਆਪਾਂ ਨੂੰ 10 ਹੋਰ ਜਣੇ ਨਵੇਂ ਬੰਦਿਆਂ ਨੂੰ ਵੰਡਣਾ ਪਵੇ ਤਾਂ ਓਬਵੀਅਸਲੀ ਉਹਦਾ ਕੰਟਰੋਲ ਵੰਡਿਆ ਜਾਏਗਾ। ਉਵੇਂ ਕੰਪਨੀ ਕੋਲ ਮੰਨ ਲਓ ਹੁਣ ਤਾਂ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਹੈਗੇ 20, ਤਾਂ 20 ਸ਼ੇਅਰ ਹੋਲਡਰਸ ਕੋਲ ਰਾਈਟਸ ਜਿਹੜੇ ਹੈਗੇ ਹੈ ਉਹਨਾਂ ਕੋਲ ਰਹਿਣਗੇ। ਪਰ ਅਗਰ ਕੰਪਨੀ ਨੇ ਇਹੀ ਸ਼ੇਅਰਸ ਬਾਹਰ ਪਬਲਿਕ ਨੂੰ ਆਫਰ ਕਰ ਲਏ ਤਾਂ ਮੰਨ ਲਓ 40 ਮੈਂਬਰਸ ਹੋਰ ਨੂੰ ਆ ਗਏ ਤਾਂ ਕੰਟਰੋਲ ਜਿਹੜਾ 20 ਮੈਂਬਰਸ ਦਾ ਕੰਟਰੋਲ ਸੀ ਹੁਣ ਉਹ 60 ਮੈਂਬਰਸ 'ਚ ਵੰਡਿਆ ਗਿਆ, ਰਾਈਟ। ਤਾਂ ਹੁਣ ਕੰਟਰੋਲ ਘੱਟ ਗਿਆ। ਸੋ ਇਟ ਇਜ਼ ਐਡਵਾਂਟੇਜਸ ਆਫ ਰਾਈਟ ਇਸ਼ੂ ਕਿ ਅਗਰ ਕੰਪਨੀ ਚਾਹੁੰਦੀ ਹੈ, ਐਗਜ਼ਿਸਟਿੰਗ ਸ਼ੇਅਰ ਹੋਲਡਰਸ ਚਾਹੁੰਦੇ ਹੈ ਕਿ ਸਾਡਾ ਕੰਟਰੋਲ ਬਣਿਆ ਰਹੇ ਕੰਪਨੀ ਦੇ ਵਿੱਚ, ਦੈਨ ਇਟ ਇਜ਼ ਬੈਨੀਫੀਸ਼ੀਅਲ ਟੂ ਇਸ਼ੂ ਐਗਜ਼ਿਸਟਿੰਗ ਸ਼ੇਅਰਸ। ਸੈਕਿੰਡ ਥਿੰਗ, ਸ਼ੇਅਰ ਦੀ ਡਾਇਲਿਊਸ਼ਨ ਨਹੀਂ ਹੁੰਦੀ। ਹੁਣ ਇੱਕ ਚੀਜ਼ ਹੁੰਦੀ, ਤੁਹਾਡੇ ਕੋਲ ਇੱਕ ਪੁਰਾਣੀ ਚੀਜ਼ ਪਈ ਹੈ, ਅਗਰ ਤੁਸੀਂ ਉਸੇ ਤਰ੍ਹਾਂ ਦੀ ਸੇਮ ਨਵੀਂ ਚੀਜ਼ ਲਿਆਓ ਤਾਂ ਪੁਰਾਣੀ ਚੀਜ਼ ਦੀ ਵੈਲਿਊ ਡਾਊਨ ਹੋਊਗੀ। ਸਿਮਿਲਰਲੀ ਜਿਹੜੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਹੈ ਉਹਨਾਂ ਕੋਲ ਤਾਂ ਪੁਰਾਣੇ ਸ਼ੇਅਰਸ ਹੈ, ਰਾਈਟ। ਅਗਰ ਨਵੇਂ ਸ਼ੇਅਰਸ ਕਿਸੇ ਹੋਰ ਪਰਸਨਸ ਨੂੰ ਆਫਰ ਕੀਤੇ ਜਾਣਗੇ ਤਾਂ ਉਹ ਨਵੇਂ ਸ਼ੇਅਰਸ ਦੀ ਮਾਰਕੀਟ ਵੈਲਿਊ ਵਧੂਗੀ ਔਰ ਪੁਰਾਣੇ ਸ਼ੇਅਰਸ ਦੀ ਵੈਲਿਊ ਘੱਟ ਜੂਗੀ। ਪਰ ਅਗਰ ਕੰਪਨੀ ਉਹੀ ਸ਼ੇਅਰਸ ਆਪਣੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਦੇ ਰਹੀ ਹੈ ਤਾਂ ਇਸ ਨਾਲ ਉਹਨਾਂ ਦਾ ਕੰਟਰੋਲ ਖਤਮ ਨਹੀਂ ਹੋਊਗਾ, ਕਿਉਂਕਿ ਅਗਰ ਪੁਰਾਣੇ ਸ਼ੇਅਰਸ ਦੀ ਵੈਲਿਊ ਘੱਟ ਵੀ ਰਹੀ ਹੈ ਤਾਂ ਨਵੇਂ ਸ਼ੇਅਰਸ ਦੀ ਵੈਲਿਊ ਸ਼ੇਅਰ ਹੋਲਡਰਸ ਕੋਲ ਹੀ ਜਾ ਰਹੀ ਹੈ ਪੁਰਾਣੇ ਕੋਲ। ਸੋ ਇਸ ਨਾਲ ਵੀ ਡਾਇਲਿਊਸ਼ਨ ਨਹੀਂ ਹੁੰਦੀ, ਰਾਈਟ। ਥਰਡ ਐਡਵਾਂਟੇਜ ਕੀ ਹੈ ਕਿ ਕੰਪਨੀ ਨੂੰ ਐਕਸਪੈਂਸਿਸ ਨਹੀਂ ਬੀਅਰ ਕਰਨੇ ਪੈਂਦੇ ਸ਼ੇਅਰਸ ਪਬਲਿਕ ਨੂੰ ਇਸ਼ੂ ਕਰਨ ਦੇ, ਕੋਈ ਫਲੋਟਿੰਗ ਚਾਰਜਿਸ ਨਹੀਂ ਹੁੰਦੇ। ਆਪਣੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਇੱਕ ਨੋਟਿਸ ਕੱਢ ਕੇ ਆਪਣੀ ਰਾਈਟ ਇਸ਼ੂ ਕਰ ਸਕਦੀ ਹੈ। ਫੋਰਥ ਇਜ਼ ਇਮੇਜ ਕੰਪਨੀ ਦੀ ਬੈਟਰ ਹੁੰਦੀ ਹੈ, ਗੁੱਡਵਿਲ ਬਣੇਗੀ। ਅਗਰ ਕੰਪਨੀ ਦਾ ਦੇਖਿਆ ਜਾਏਗੀ ਕੰਪਨੀ ਆਪਣੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਹੀ ਸ਼ੇਅਰਸ ਪ੍ਰੋਵਾਈਡ ਕਰ ਰਹੀ ਹੈ ਤਾਂ ਕੰਪਨੀ ਦੀ ਇਮੇਜ ਮਾਰਕੀਟ 'ਚ ਬੈਟਰ ਕੀਤੀ ਜਾਏਗੀ। ਫਿਫਥ ਇਜ਼ ਅਗਰ ਆਪਾਂ ਦੇਖੋ ਮੋਰ ਸਰਟੇਨਿਟੀ ਟੂ ਗੈਟ ਕੈਪੀਟਲ। ਇਹਦਾ ਮਤਲਬ ਕੀ ਹੈ ਕਿ ਅਗਰ ਆਪਾਂ ਬਾਹਰ ਪਬਲਿਕ ਨੂੰ ਆਫਰ ਕਰ ਰਹੇ ਹਾਂ ਤਾਂ ਪਬਲਿਕ ਆਪਣੇ ਸ਼ੇਅਰਸ ਐਕਸੈਪਟ ਕਰੇਗੀ ਕਿ ਨਹੀਂ ਕਰੇਗੀ, ਵੀ ਆਰ ਨਾਟ ਸ਼ੋਰ। ਬਟ ਅਗਰ ਉਹੀ ਸ਼ੇਅਰਸ ਆਪਾਂ ਆਪਣੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਆਫਰ ਕਰ ਰਹੇ ਹਾਂ ਤਾਂ ਆਪਣੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਡੈਫੀਨੇਟਲੀ ਉਹ ਸ਼ੇਅਰਸ ਐਕਸੈਪਟ ਕਰਨਗੇ, ਓਕੇ। ਸਿਕਸਥ ਪੁਆਇੰਟ ਇਜ਼ ਡਾਇਰੈਕਟਰਸ ਜਿਹੜੇ ਸ਼ੇਅਰਸ ਹੈ ਉਹ ਆਪਣੇ ਪ੍ਰਮੋਟਰਸ ਨੂੰ ਜਾਂ ਆਪਣੇ ਰਿਲੇਟਿਵਸ ਨੂੰ ਇਸ਼ੂ ਨਹੀਂ ਕਰ ਸਕਣਗੇ। ਰਾਈਟ ਆਪਸ਼ਨ ਇਹ ਹੁੰਦਾ ਕਿ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਉਹ ਸ਼ੇਅਰਸ ਆਫਰ ਕੀਤੇ ਜਾਣ। ਸੋ ਜਿਹੜੇ ਡਾਇਰੈਕਟਰਸ ਹੈ ਉਹ ਉਹਨਾਂ ਸ਼ੇਅਰਸ ਨੂੰ ਆਪਣੇ ਰਿਲੇਟਿਵਸ ਨੂੰ ਆਪਣੇ ਪ੍ਰਮੋਟਰਸ ਨੂੰ ਇਸ਼ੂ ਕਰਕੇ ਆਪਣਾ ਜਿਹੜਾ ਮੋਨੋਪੋਲੀ ਹੈ ਉਹ ਨਹੀਂ ਬਣਾ ਸਕਣਗੇ ਰਾਈਟ ਇਸ਼ੂ ਦੇ ਥਰੂ, ਰਾਈਟ। ਸੋ ਦੀਜ਼ ਆਰ ਦ ਐਡਵਾਂਟੇਜਸ। ਸੈਕਿੰਡ ਪੁਆਇੰਟ ਵਿਚ ਆਈ ਐਮ ਗੋਨਾ ਡਿਸਕਸ ਇਜ਼ ਵੈਲਿਊ ਆਫ ਰਾਈਟਸ। ਵੈਲਿਊ ਆਫ ਰਾਈਟਸ ਕਿਹੜਾ ਟੋਪਿਕ ਹੈ, ਐਜ਼ ਆਈ ਹੈਵ ਆਲਰੇਡੀ ਟੋਲਡ ਯੂ ਕਿ ਜਿਹੜੇ ਰਾਈਟ ਇਸ਼ੂ ਹੋਣਗੇ ਉਹ ਜਿਹੜੇ ਕੀਤੇ ਜਾਣਗੇ that would be based upon value of rights। See,
ਇਹ ਗੱਲ ਮੈਂ ਆਲਰੇਡੀ ਕੀਤੀ ਜਾਂਦੀ ਹੈ ਕਿ ਜਿਹੜੇ ਰਾਈਟ ਸ਼ੇਅਰਸ ਹੈ ਉਹਨਾਂ ਦਾ ਪ੍ਰਾਈਸ ਮਾਰਕੀਟ ਤੋਂ ਘੱਟ ਹੋਏਗਾ, ਰਾਈਟ। ਇਹ ਬੈਨੀਫਿਟ ਹੈ। ਦੂਜਾ ਕੀ ਕਰ ਸਕਦੇ ਆ ਸ਼ੇਅਰ ਹੋਲਡਰਸ, ਉਹਨਾਂ ਸ਼ੇਅਰਸ ਨੂੰ ਅੱਗੇ ਟ੍ਰਾਂਸਫਰ ਕਰ ਸਕਦੇ ਆ। ਅਗਰ ਉਹ ਸ਼ੇਅਰਸ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਆ ਟੂ ਅਦਰਸ ਤਾਂ ਉਹਦੇ ਲਈ ਕਿਸ ਪ੍ਰਾਈਸ 'ਤੇ ਟ੍ਰਾਂਸਫਰ ਕਰਨ, ਉਹਨੂੰ ਆਪਾਂ ਕਹਾਂਗੇ ਪ੍ਰਾਈਸ ਆਫ ਰਾਈਟ। ਸੋ ਇਹ ਜਿਹੜਾ ਪ੍ਰਾਈਸ ਹੁੰਦਾ ਹੈ ਇਹ ਦੋ ਤਰ੍ਹਾਂ ਦਾ ਹੁੰਦਾ ਹੈ। ਫਸਟ ਇਜ਼ ਕਮ ਰਾਈਟ, ਸੈਕਿੰਡ ਇਜ਼ ਐਕਸ ਰਾਈਟ। ਕਮ ਰਾਈਟ ਪ੍ਰਾਈਸ ਕਿਹੜਾ ਹੁੰਦਾ ਹੈ, ਇਸ ਨਾਲ ਕੀ ਹੋ ਰਿਹਾ ਹੈ, ਓਨਰਸ਼ਿਪ ਤਾਂ ਮਿਲ ਹੀ ਰਹੀ ਹੈ ਜੋ ਵੀ ਪਰਸਨ ਇਹਨੂੰ ਪਰਚੇਜ਼ ਕਰੂਗਾ ਸ਼ੇਅਰਸ ਨੂੰ, ਪਲੱਸ ਉਸ ਦੇ ਨਾਲ ਨਾਲ ਉਹਨੂੰ ਫਿਊਚਰ ਆਪਸ਼ਨ ਵੀ ਹੈਗਾ ਕਿ ਉਹ ਫਿਊਚਰ 'ਚ ਵੀ ਕੰਪਨੀ ਦੇ ਪ੍ਰਾਈਸਿਸ ਨੂੰ ਪਰਚੇਜ਼ ਕਰ ਸਕਦਾ ਹੈ ਜੋ ਵੀ ਨਵੇਂ ਸ਼ੇਅਰਸ ਹੋਣਗੇ। ਐਕਸ ਰਾਈਟ ਦੇ ਵਿੱਚ ਕੀ ਹੁੰਦਾ ਹੈ, ਇਹਦੇ ਨਾਲ ਸਿਰਫ ਪਰਚੇਜ਼ਰ ਨੂੰ, ਪਰਚੇਜ਼ਰ ਮੀਨ ਹੂ ਇਜ਼ ਪਰਚੇਜ਼ਿੰਗ ਦ ਸ਼ੇਅਰਸ, ਉਹਨੂੰ ਸਿਰਫ ਓਨਰਸ਼ਿਪ ਮਿਲ ਰਹੀ ਹੈ, ਫਿਊਚਰ ਆਪਸ਼ਨ ਉਹਨੂੰ ਨਹੀਂ ਮਿਲ ਰਿਹਾ, ਰਾਈਟ। ਸੋ ਦਿਸ ਇਜ਼ ਦ ਐਕਸ ਰਾਈਟ। ਹੁਣ ਪ੍ਰਾਈਸ ਵੈਲਿਊ ਆਫ ਰਾਈਟ ਕੀ ਹੁੰਦਾ ਹੈ, ਇਹਦੀ ਇੱਕ ਵੈਲਿਊ ਫਾਰਮੂਲਾ ਹੁੰਦਾ ਹੈ ਵਿਚ ਇਜ਼ ਰਿਕੁਆਇਰਡ ਟੂ ਕੈਲਕੂਲੇਟ। ਲੈਟ ਮੀ ਸ਼ੋ ਯੂ ਹਾਊ ਇਟ ਇਜ਼ ਡਨ। ਸੀ ਸਪੋਜ਼ ਕਰੋ ਕੰਪਨੀ ਕੋਲ ਆਲਰੇਡੀ 1 ਲੱਖ ਸ਼ੇਅਰ ਸੀਗੇ, ਠੀਕ ਹੈ, ਜੋ ਪੁਰਾਣੇ ਸ਼ੇਅਰ ਹੋਲਡਰਸ ਨੂੰ ਦਿੱਤੇ ਹੋਏ ਸੀ। ਨਾਓ ਇਟ ਇਜ਼ ਥਿੰਕਿੰਗ ਕਿ ਉਹ 50,000 ਨਿਊ ਸ਼ੇਅਰਸ ਇਸ਼ੂ ਕਰ ਦੇਵੇ ਸੇਮ ਕੈਟੇਗਰੀ ਵਾਲੇ ਜੋ ਆਲਰੇਡੀ ਕੈਟੇਗਰੀ ਵਾਲੇ ਸ਼ੇਅਰਸ ਉਹਨੇ ਇਸ਼ੂ ਕੀਤੇ ਹੋਏ ਸੀ। ਤਾਂ ਆਪਾਂ ਕਹਿ ਰਹੇ ਸੀ ਨਾ, ਮੈਂ ਇੱਥੇ ਆਈ ਟੋਲਡ ਯੂ ਕਿ ਇੱਥੇ ਆਪਾਂ ਕੁਛ ਪ੍ਰੋਪੋਰਸ਼ਨੇਟ ਰੇਸ਼ੋ 'ਚ ਸ਼ੇਅਰ ਕਰਾਂਗੇ, ਉਹੀ ਰੇਸ਼ੋ 'ਚ ਆਪਾਂ ਦੇਵਾਂਗੇ ਆਪਣੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਜਿਹੜੀ ਰੇਸ਼ੋ 'ਚ ਉਹਨਾਂ ਨੇ ਪਹਿਲਾਂ ਸ਼ੇਅਰਸ ਲਿੱਤੇ ਹੋਏ ਨੇ। ਸੋ ਇਹ ਰੇਸ਼ੋ ਆਪਾਂ ਕਿਵੇਂ ਡਿਸਾਈਡ ਕਰਾਂਗੇ, 1 ਲੱਖ ਪੁਰਾਣੇ ਸ਼ੇਅਰ ਸੀਗੇ, ਇਹਨਾਂ ਨੂੰ ਮੈਂ ਰੱਖਿਆ ਨੀਚੇ, ਨਿਊ ਸ਼ੇਅਰਸ ਕੰਪਨੀ ਕਿਹੜੀ ਪ੍ਰੋਪੋਰਸ਼ਨ 'ਚ ਇਸ਼ੂ ਕਰ ਰਹੀ ਹੈ, 50,000, ਤਾਂ ਇਹਨਾਂ ਦੀ ਰੇਸ਼ੋ ਕਿੰਨੀ ਬਣ ਗਈ, ਹਾਫ ਰੇਸ਼ੋ ਬਣ ਗਈ। ਹਾਫ ਰੇਸ਼ੋ ਮੀਨਸ ਅਗਰ ਕਿਸੇ ਸ਼ੇਅਰ ਹੋਲਡਰ ਕੋਲ ਪਹਿਲਾਂ 2 ਸ਼ੇਅਰ ਸੀਗੇ ਤਾਂ ਉਹਨੂੰ ਇੱਕ ਨਵਾਂ ਸ਼ੇਅਰ ਰਾਈਟ ਸ਼ੇਅਰ ਮਿਲੂਗਾ, ਅੰਡਰਸਟੂਡ। ਅਗਰ ਕਿਸੇ ਸ਼ੇਅਰ ਹੋਲਡਰ ਕੋਲ 2 ਪੁਰਾਣੇ ਸ਼ੇਅਰਸ ਹਨ ਤਾਂ ਉਹਨੂੰ ਇੱਕ ਨਵਾਂ ਰਾਈਟ ਇਸ਼ੂ ਮਿਲੂਗਾ, ਤਾਂ ਇਹ ਹੋ ਗਈ ਪ੍ਰੋਪੋਰਸ਼ਨ। ਹੁਣ ਓਲਡ ਮੰਨ ਲਓ ਓਲਡ ਜਿਹੜਾ ਪ੍ਰਾਈਸ ਸੀਗਾ ਸ਼ੇਅਰ ਦਾ, ਉਹਦੀ ਅੱਜ ਦੀ ਮਾਰਕੀਟ ਵੈਲਿਊ ਚੱਲ ਰਹੀ ਹੈ 50 ਰੁਪੀਜ਼। ਰਾਈਟ ਪ੍ਰਾਈਸ ਹਮੇਸ਼ਾ ਮਾਰਕੀਟ ਵੈਲਿਊ ਤੋਂ ਘੱਟ ਪ੍ਰਾਈਸ 'ਤੇ ਹੀ ਦਿੱਤਾ ਜਾਊਗਾ, ਇਹ ਇੱਕ ਬੈਨੀਫਿਟ ਹੁੰਦਾ। ਮੰਨ ਲਓ ਇਹ ਕੰਪਨੀ ਦੇ ਰਹੀ ਹੈ 30 ਰੁਪੀਜ਼ ਦੇ ਉੱਪਰ, ਠੀਕ ਹੈ, ਤਾਂ ਆਪਾਂ ਇੱਕ ਕੈਲਕੂਲੇਟ ਕਰਨੇ ਕਿ ਐਜ਼ਿਊਮਡ ਪ੍ਰਾਈਸ ਕਿਹੜਾ ਹੋਊਗਾ, ਵੈਲਿਊ ਆਫ ਰਾਈਟ ਕੀ ਹੋਊਗੀ। ਉਸ ਲਈ ਆਪਾਂ ਨੂੰ ਪਹਿਲਾਂ ਐਜ਼ਿਊਮਡ ਪ੍ਰਾਈਸ ਕੈਲਕੂਲੇਟ ਕਰਨਾ ਪੈਣਾ ਹੈ। ਹਾਊ ਇਜ਼ ਇਟ ਕੈਲਕੂਲੇਟਿਡ, ਸੀ ਮਾਰਕੀਟ ਵੈਲਿਊ ਆਫ ਐਗਜ਼ਿਸਟਿੰਗ ਸ਼ੇਅਰਸ, ਕਿ ਆਪਣੇ ਐਗਜ਼ਿਸਟਿੰਗ ਸ਼ੇਅਰਸ ਦੀ ਕੀ ਮਾਰਕੀਟ ਵੈਲਿਊ ਹੈ, 2 ਸ਼ੇਅਰਸ ਪੁਰਾਣੇ ਹੈ, ਮਾਰਕੀਟ ਵੈਲਿਊ 50 ਹੈ, 2 into 50 becomes 100. Then cost of new shares, मतलब नवे शेयर्स की कॉस्ट की है, एक शेयर की कॉस्ट कितनी है 30 रुपीज़, क्योंकि 2 शेयर्स के बदले 1 शेयर मिल रहा है तो वो कॉस्ट है 30 अपॉन ओल्ड शेयर प्लस न्यू शेयर, टोटल शेयर्स कितने बन रहे हैं 3, तो वैल्यू बिकम्स 43.33 रुपीज़, राइट। उन वैल्यू ऑफ राइट किमें कैलकुलेट करांगे, मार्केट प्राइस दे विचों एज्यूम्ड प्राइस माइनस करके, तो 50 रुपीज़ चो आप 43.33 जो आप इत्थे कैलकुलेट किया माइनस किया, अपने कोल अमाउंट आ गई 6.67। सो ये की आपां नूं टोटल वैल्यू ऑफ राइट मिल रहा है, बेनीफिट वी कैन से विच वी आर गेटिंग, राइट। ये तो हो गया दा फर्स्ट मैथड कि आप एज्यूम्ड प्राइस कैलकुलेट करो, एज्यूम्ड प्राइस नूं मार्केट प्राइस चो माइनस कर दो। इहदा एक सिंपलर वे की है कैलकुलेट करन दा वैल्यू ऑफ राइट, M माइनस S अपॉन N प्लस 1। M मीनस मार्केट प्राइस जो कि 50 चल रहा है, S मीनस सबसक्रिप्शन प्राइस जिहड़ा आपां न्यू शेयर दा ऑफर कर रहे हैं, 30 रुपीज़ ऑफर कर रहे हैं, अपॉन न्यू शेयर्स जिन्ने आपां ऑफर कर रहे हैं, नहीं सॉरी नंबर ऑफ ओल्ड शेयर्स रिक्वायर्ड, आपां नूं पुराने शेयर्स किन्ने चाहिए, नवां शेयर इशू करन लई 2 प्लस 1, so value becomes 6.67। see the answer is same but the formula whichever you can want to adopt you can adopt, ये shortcut method है and this is the long way। so this is how we'll calculate valuation of shares। thank you।